ਗੁੱਡ ਮਾਰਨਿੰਗ ਸਟੂਡੈਂਟ। ਅੱਜ ਆਪਾਂ ਕਿੱਸਾ ਕਾਵ ਦੇ ਦੂਸਰੇ ਕਵੀ ਵਾਰਿਸ ਸ਼ਾਹ ਜੀ ਦੇ ਬਾਰੇ ਪੜਾਂਗੇ, ਜਿਨ੍ਹਾਂ ਨੇ ਕਿ ਹੀਰ ਰਾਂਝੇ ਦਾ ਕਿੱਸਾ ਲਿਖਿਆ ਸੀ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਹਿਬਾ ਮਿਰਜ਼ਾ, ਹੀਰ ਰਾਂਝਾ, ਸ਼੍ਰੀ ਫਰਾਦ, ਲੈਲਾ ਮਜਨੂ ਆਦਿ ਇਹਨਾਂ ਨੇ ਆਪਣੇ ਕਿੱਸਿਆਂ ਦੇ ਕਰਕੇ ਬਹੁਤ ਮਸ਼ਹੂਰ ਸਨ। ਵਾਰਿਸ ਸ਼ਾਹ ਜੀ ਨੇ ਇਸ ਕਿੱਸੇ ਵਿੱਚ ਰਾਂਝੇ ਦੇ ਜਨਮ ਤੋਂ ਲੈ ਕੇ ਉਸਦੀ ਮੌਤ ਤੱਕ ਦੱਸਿਆ ਹੈ। ਹਾਂਜੀ, ਪਹਿਲੇ ਇਸ ਦੀ ਵਾਰਿਸ ਸ਼ਾਹ ਜੀ ਦੀ ਜਿਹੜੀ ਰਚਨਾ ਹੈ ਕਿੱਸੇ ਦਾ ਆਰੰਭ, ਇਸ ਵਿੱਚ ਦੱਸਿਆ ਹੈ ਰਾਂਝੇ ਦੀ ਸੁੰਦਰਤਾ ਬਾਰੇ, ਰਾਂਝੇ ਦੇ ਜਨਮ ਬਾਰੇ। ਇੱਕ ਤਖਤ ਹਜ਼ਾਰਿਓਂ ਗੱਲ ਕੀਚੇ, ਜਿੱਥੇ ਰਾਂਝਿਆ ਰੰਗ ਮਚਾਇਆ ਹੀ ਹੈ। ਤਖਤ ਹਜ਼ਾਰਾ ਬੇਟੇ, ਇਹ ਹੈ ਰਾਂਝੇ ਦਾ ਪਿੰਡ ਦਾ ਨਾਮ ਹੈ। ਵਾਰਿਸ ਸ਼ਾਹ ਜੀ ਕਹਿੰਦੇ ਨੇ ਕਿ ਮੈਂ ਇੱਕ ਰਾਂਝੇ ਦੇ ਪਿੰਡ ਤਖਤ ਹਜ਼ਾਰੇ ਦੀ ਤੁਹਾਨੂੰ ਗੱਲ ਦੱਸਦਾ ਹਾਂ ਜਾਂ ਗੱਲ ਕਹਿੰਦਾ ਹਾਂ, ਜਿੱਥੇ ਰਾਂਝਿਆ ਰੰਗ ਮਚਾਇਆ ਹੀ ਹੈ, ਜਿੱਥੇ ਰਹਿਣ ਵਾਲੇ ਰਾਂਝੇ ਵਰਗੇ ਹੋਰ ਨੌਜਵਾਨਾਂ ਨੇ ਰੌਣਕ ਲਾਈ ਹੋਈ ਸੀ। ਛੈਲ ਗੱਭਰੂ ਮਸਤ ਅਲਵੇੜਨੀ ਸੁੰਦਰ, ਇੱਕ ਥੀ ਇੱਕ ਸਵਾਇਆ ਹੀ ਹੈ। ਕਹਿੰਦੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਰਾਂਝੇ ਵਰਗੇ ਗੱਭਰੂ ਨੌਜਵਾਨ ਨੇ, ਉਹ ਬੜੇ ਹੀ ਮਸਤ, ਸੁੰਦਰ ਤੇ ਬੇਪਰਵਾਹ ਹਨ। ਸੁੰਦਰ ਇੱਕ ਥੀ ਇੱਕ ਸਵਾਈ ਹੈ, ਤੇ ਉਹ ਇੱਕ ਤੋਂ ਇੱਕ ਚੜ੍ਹ ਕੇ ਵੱਧ ਸੁੰਦਰ ਸਨ। ਭਾਵ ਕਿ ਤਖਤ ਹਜ਼ਾਰੇ ਦੇ ਪਿੰਡ ਵਿੱਚ ਜਿਹੜੇ ਨੌਜਵਾਨ ਗੱਭਰੂ ਹਨ, ਉਹਨਾਂ ਦੀ ਸੁੰਦਰਤਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਵਾਲੀ ਕੋਕਲੀ ਮੁੰਦਰੀ ਮੰਝ ਲੂੰਗੀ, ਨਵਾਂ ਠਾਠ ਤੇ ਠਾਠ ਚੜਾਇਆ ਹੀ ਹੈ। ਕਹਿੰਦੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਗੱਭਰੂ ਨੌਜਵਾਨ ਨੇ, ਉਹਨਾਂ ਨੇ ਆਪਣੇ ਕੰਨਾਂ ਦੇ ਵਿੱਚ ਵੱਡੇ ਵੱਡੇ ਵਾਲੇ ਪਾਏ ਹੋਏ ਹਨ, ਵਾਲੇ ਤੇ ਕੋਕਲੇ ਪਾਏ ਹੋਏ ਹਨ, ਤੇ ਹੱਥਾਂ ਦੀ ਉਂਗਲੀਆਂ ਦੇ ਵਿੱਚ ਮੁੰਦਰੀਆਂ ਪਾਈਆਂ ਹੋਈਆਂ ਹਨ। ਮੰਝ ਲੂੰਗੀ, ਲੂੰਗੀ ਕੀ ਹੁੰਦਾ ਬੇਟੇ? ਪਹਿਲੇ ਲੋਕ ਜਿਹੜੇ ਆਪਣੇ ਤਹਿਮਤ ਬੰਨ੍ਹਦੇ ਸੀ, ਤੇ ਕਹਿੰਦੇ ਉਹਨਾਂ ਨੇ ਆਪਣੇ ਲੱਕ ਤੋਂ ਹੇਠਾਂ ਕਮਰ ਉੱਤੇ ਧਾਰੀਦਾਰ ਤਹਿਮਤ ਬੰਨਿਆ ਹੋਇਆ ਹੈ। ਨਵਾਂ ਠਾਠ ਤੇ ਠਾਠ ਚੜਾਇਆ ਹੀ ਹੈ। ਇਸ ਤਰ੍ਹਾਂ ਕਹਿੰਦੇ ਉਹ ਵੱਖ-ਵੱਖ ਤਰ੍ਹਾਂ ਆਪਣੀ ਸੁੰਦਰਤਾ ਨੂੰ ਵਿਖਾ ਰਹੇ ਹਨ। ਕਹੀ ਸਿਫਤ ਹਜ਼ਾਰੇ ਦੀ ਆਖ ਸਖਾਂ, ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਹੀ ਹੈ। ਵਾਰਿਸ ਸ਼ਾਹ ਜੀ ਕਹਿੰਦੇ ਹਨ ਕਿ ਮੈਂ ਇਸ ਤਖਤ ਹਜ਼ਾਰੇ ਦੀ ਕੋਈ ਪ੍ਰਸ਼ੰਸਾ ਨਹੀਂ ਕਰ ਸਕਦਾ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਸਵਰਗ ਹੈ ਉਹ ਧਰਤੀ ਉੱਤੇ ਆ ਗਿਆ ਹੋਵੇ। ਅਗਲਾ ਬੇਟਾ ਜਿਹੜੀ ਰਚਨਾ ਹੈ ਵਾਰਿਸ ਸ਼ਾਹ ਦੀ, ਜ਼ਮੀਨ ਦਾ ਬਟਵਾਰਾ। ਇਸ ਵਿੱਚ ਕੀ ਦੱਸਿਆ ਗਿਆ ਹੈ ਕਿ ਜਦੋਂ ਰਾਂਝਾ ਵੱਡਾ ਹੋ ਜਾਂਦਾ ਹੈ ਤੇ ਉਸਦੀ ਜਦੋਂ ਪਿਤਾ ਦੀ ਮੌਤ ਹੋ ਜਾਂਦੀ ਹੈ, ਪਿਤਾ ਦੀ ਮੌਤ ਤੋਂ ਬਾਅਦ ਉਸਦੇ ਭਰਾਵਾਂ ਨੇ ਉਸਦੇ ਨਾਲ ਕਿਸ ਤਰ੍ਹਾਂ ਧੋਖਾ ਕੀਤਾ ਸੀ। ਧੋਖਾ ਕਰਕੇ ਉਸਨੂੰ ਤਾਂ ਬੰਜਰ ਜ਼ਮੀਨ ਦੇ ਦਿੱਤੀ ਸੀ ਤੇ ਆਪ ਚੰਗੀ ਜ਼ਮੀਨ ਲੈ ਲਿੱਤੀ ਸੀ। ਹਜ਼ਰਤ ਕਾਜੀ ਤੇ ਪੈਂਚ ਸਦਾਏ ਸਾਰੇ, ਪਾਈਆਂ ਜਿਮੀ ਨੂੰ ਕੱਛ ਪਵਾਇਆ ਹੀ ਹੈ। ਕਹਿੰਦੇ ਰਾਂਝੇ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਭਰਾਵਾਂ ਨੇ ਹਜ਼ਰਤ ਕਾਜੀ ਤੇ ਪੰਚਾਇਤ ਦੇ ਹੋਰ ਮੈਂਬਰਾਂ ਨੂੰ ਬੁਲਾ ਕੇ ਕਹਿੰਦੇ ਆਪਣੀ ਜ਼ਮੀਨ ਦੀ ਜਿਹੜੀ ਮਿਣਤੀ ਕਰਵਾ ਕੇ ਉਸਦੀ ਵੰਡ ਕੀਤੀ। ਵਡੀ ਦੇ ਜ਼ਮੀਨ ਦੇ ਬਣੇ ਮਾਲਕ, ਬੰਜਰ ਜ਼ਮੀਨ ਰੰਝੇਟੇ ਨੂੰ ਆਈ ਹੈ। ਕਹਿੰਦੇ ਉਹਨਾਂ ਨੂੰ ਕੁਝ ਪੈਸੇ ਦੇ ਕੇ ਚੰਗੀ ਜ਼ਮੀਨ ਦੇ ਤਾਂ ਆਪਣੇ ਨਾਮ ਕਰਵਾ ਲਈ, ਤੇ ਰਾਂਝੇ ਨੂੰ ਕਹਿੰਦੇ ਬੰਜਰ ਜ਼ਮੀਨ ਦੇ ਦਿੱਤੀ। ਕੱਛਾ ਮਾਰ ਸ਼ਰੀਕ ਮਜ਼ਾਕ ਕਰਦੇ, ਪਾਈਆਂ ਰਾਂਝੇ ਦੀ ਬਾਬ ਬਣਾਇਆ ਹੈ। ਕਹਿੰਦੇ ਇਹ ਸਾਰਾ ਕੁਝ ਦੇਖ ਕੇ ਜਿਹੜੇ ਰਾਂਝੇ ਦੇ ਰਿਸ਼ਤੇਦਾਰ ਸਨ, ਉਸਦੇ ਸ਼ਰੀਕੇ ਕਬੀਲੇ ਵਾਲੇ ਸਨ, ਉਹ ਉਸ ਦਾ ਮਜ਼ਾਕ ਉਡਾਉਂਦੇ ਸਨ ਕਿ ਉਸ ਦੇ ਭਰਾਵਾਂ ਨੇ ਉਸ ਦੇ ਨਾਲ ਚੰਗੀ ਕੀਤੀ ਹੈ। ਗੱਲ ਭਾਬੀਆਂ ਇਹੋ ਬਣਾਏ ਛੱਡੀ, ਮਗਰ ਜੱਟ ਦੇ ਫਕੜੀ ਲਾਇਆ ਹੈ। ਕਹਿੰਦੇ ਰਾਂਝੇ ਦੀ ਜਿਹੜੀ ਭਾਬੀਆਂ ਵੀ ਸਨ, ਉਹ ਵੀ ਰਾਂਝੇ ਨੂੰ ਮਿਹਣਾ ਮਾਰਦੀਆਂ ਰਹਿੰਦੀਆਂ ਸਨ। ਉਹ ਉਸਨੂੰ ਇੱਕ ਵੀ ਮੌਕਾ ਨਹੀਂ ਸਨ ਛੱਡਦੀਆਂ। ਉਸ ਨੂੰ ਸਾਰਾ ਦਿਨ ਬਦਨਾਮੀ ਦੇਣ ਦਾ ਤਰੀਕਾ ਲੱਭਦੀਆਂ ਰਹਿੰਦੀਆਂ ਸਨ, ਤੇ ਕਹਿੰਦੀਆਂ ਸਨ ਕਿ ਇਹ ਤਾਂ ਸਾਧੂ ਸੰਤਾਂ ਦੇ ਮਗਰ ਲੱਗ ਗਿਆ ਹੈ। ਹਾਂਜੀ, ਅਗਲੀ ਰਚਨਾ ਆਪਣੀ ਹੈਗੀ ਹੈ ਰਾਂਝੇ ਦਾ ਮਸੀਤ ਦੇ ਵਿੱਚ ਜਾਣਾ। ਕਹਿੰਦੇ ਜਦੋਂ ਰਾਂਝਾ ਆਪਣੇ ਭਰਾ ਤੇ ਭਾਬੀਆਂ ਤੋਂ ਬਹੁਤ ਦੁਖੀ ਹੋ ਜਾਂਦਾ ਹੈ, ਤਾਂ ਉਹ ਆਪਣਾ ਘਰ ਛੱਡਣ
ਦਾ ਆਪਣਾ ਘਰ ਤੇ ਪਿੰਡ ਛੱਡਣ ਦਾ ਸੋਚਦਾ ਹੈ। ਇਹ ਸੁਣ ਕੇ ਉਸਦੇ ਭਰਾ ਬਹੁਤ ਘਬਰਾ ਜਾਂਦੇ ਹਨ ਕਿ ਲੋਕ ਉਹਨਾਂ ਨੂੰ ਕੀ ਕਹਿਣਗੇ। ਤਾਂ ਉਹ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰਦੇ ਹਨ, ਪਰ ਜਿਹੜਾ ਰਾਂਝਾ ਹੈ ਉਹ ਨਹੀਂ ਮੰਨਦਾ। ਵਾਹ ਲਾਈ ਰਹੇ ਭਾਈ ਭਾਬੀਆਂ ਵੀ, ਰਾਂਝਾ ਉੱਠ ਹਜ਼ਾਰਿਓਂ ਧਾਇਆ ਹੀ ਹੈ। ਕਹਿੰਦੇ ਜਦੋਂ ਰਾਂਝੇ ਦੇ ਭਰਾਵਾਂ ਨੂੰ ਪਤਾ ਲੱਗਾ ਕਿ ਜਿਹੜਾ ਰਾਂਝਾ ਹੈ ਉਹ ਘਰ ਨੂੰ ਛੱਡ ਕੇ ਜਾ ਰਿਹਾ, ਤੇ ਉਹਨਾਂ ਨੇ ਬਹੁਤ ਜ਼ੋਰ ਲਾਇਆ ਕਿ ਰਾਂਝਾ ਇਸ ਤਖਤ ਹਜ਼ਾਰੇ ਪਿੰਡ ਨੂੰ ਛੱਡ ਕੇ ਨਾ ਜਾਵੇ। ਪਰ ਰਾਂਝੇ ਨੇ ਉਹਨਾਂ ਦੀ ਇੱਕ ਵੀ ਗੱਲ ਨਹੀਂ ਮੰਨੀ। ਭੁੱਖ ਨੰਗ ਨੂੰ ਝਾਂਗ ਕੇ ਪੰਧ ਕਰਦਾ, ਰਾਤੀ ਵਿੱਚ ਮਸੀਤ ਦੇ ਆਇਆ ਹੀ ਹੈ। ਕਹਿੰਦੇ ਭੁੱਖ ਨੰਗ ਤੇ ਮੁਸੀਬਤਾਂ ਨੂੰ ਝੱਲਦਾ ਹੋਇਆ ਜਿਹੜਾ ਰਾਂਝਾ ਸੀ, ਉਸ ਨੇ ਆਪਣਾ ਪੂਰਾ 5 ਮੀਲ ਆਪਣਾ ਰਸਤਾ ਤੈਅ ਕੀਤਾ ਤੇ ਸਫ਼ਰ ਕਰਕੇ ਉਹ ਰਾਤ ਨੂੰ ਪਿੰਡ ਦੀ ਇੱਕ ਮਸੀਤ ਦੇ ਵਿੱਚ ਆ ਗਿਆ ਜਾਂ ਮਸੀਤ ਦੇ ਵਿੱਚ ਪੁੱਜ ਗਿਆ। ਹੱਥ ਵੰਜਲੀ ਪਕੜ ਕੇ ਰਾਤ ਅੱਧੀ, ਰਾਂਝੇ ਮਜ਼ਾ ਵੀ ਖੂਬ ਬਣਾਇਆ ਹੀ ਹੈ। ਕਹਿੰਦੇ ਅੱਧੀ ਰਾਤ ਨੂੰ ਰਾਂਝੇ ਨੇ ਆਪਣੇ ਹੱਥ ਦੇ ਵਿੱਚ ਇੱਕ ਬੰਸਰੀ ਪਕੜ ਲਈ, ਤੇ ਕਹਿੰਦੇ ਉਸ ਬੰਸਰੀ ਨੂੰ ਵਜਾ ਕੇ ਉਸਨੇ ਇੱਕ ਅਨੋਖਾ ਹੀ ਰੰਗ ਬੰਨ੍ਹ ਦਿੱਤਾ। ਰੰਨ ਮਰਦ ਦਾ ਪਿੰਡ 'ਚ ਰਿਹਾ ਕੋਈ, ਸਭੇ ਗਿਰਦ ਮਸੀਤ ਦੇ ਧਾਇਆ ਹੀ ਹੈ। ਕਹਿੰਦੇ ਉਸਦੀ ਬੰਸਰੀ ਦੀ ਆਵਾਜ਼ ਸੁਣ ਕੇ ਉਸ ਪਿੰਡ ਦੇ ਰਹਿਣ ਵਾਲੇ ਸਾਰੇ ਮਰਦ ਆਪਣੀ ਪਤਨੀਆਂ ਨੂੰ ਘਰੇ ਛੱਡ ਕੇ ਮਸੀਤ ਦੇ ਆਲੇ ਦੁਆਲੇ ਇਕੱਠੇ ਹੋ ਗਏ। ਵਾਰਿਸ ਸ਼ਾਹ ਮੀਆਂ ਭੰਡ ਝਗੜਿਆਂ ਦੀ ਪਿੱਛੇ ਮੁੱਲਾ ਮਸੀਤ ਦਾ ਆਇਆ ਹੀ ਹੈ। ਕਹਿੰਦੇ ਇਸ ਸਮੇਂ ਹੀ ਜਿਹੜੀ ਉਸ ਮਸੀਤ ਦਾ ਮੁੱਲਾ ਸੀ, ਜਿਹੜਾ ਕਿ ਝਗੜਾ ਕਰਦਾ ਕਰਦਾ ਕਦੇ ਨਹੀਂ ਸੀ ਥੱਕਦਾ, ਕਹਿੰਦੇ ਉਹ ਵੀ ਉੱਥੇ ਆ ਗਿਆ। ਅਗਲੀ ਰਚਨਾ ਬੇਟੇ ਆਪਣੀ ਹੈ ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ। ਕਹਿੰਦੇ ਇਸ ਤਰ੍ਹਾਂ ਆਪਣੇ ਰਸਤੇ ਨੂੰ ਤੈਅ ਕਰਦਾ ਹੋਇਆ ਥੱਕਿਆ ਹਾਰਿਆ ਜਿਹੜਾ ਰਾਂਝਾ ਸੀ, ਇੱਕ ਬਾਗ ਦੇ ਵਿੱਚ ਪਹੁੰਚ ਗਿਆ ਤੇ ਉੱਥੇ ਇੱਕ ਬੇੜੀ ਨੂੰ ਦੇਖ ਕੇ ਥੱਕਾ ਹਾਰਿਆ ਉਸ ਬੇੜੀ ਦੇ ਵਿੱਚ ਸੋ ਗਿਆ, ਜਿਹੜੀ ਬੇੜੀ ਕਿ ਉਹ ਹੀਰ ਦੀ ਸੀ। ਕੁੱਕੇ ਮਾਰ ਹੀ ਮਾਰ ਤੇ ਪਕੜ ਛਮਕਾ, ਪਰੀ ਆਦਮੀ ਤੇ ਕਹਿਰਬਾਨ ਹੋਈ। ਕਹਿੰਦੇ ਹੀਰ ਦੀ ਸਹੇਲੀਆਂ ਦੇ ਹੱਥਾਂ ਵਿੱਚ ਸੋਟੀਆਂ ਫੜੀਆਂ ਹੋਈਆਂ ਸਨ ਤੇ ਹੀਰ ਮਾਰੋ ਮਾਰੋ ਬੋਲ ਰਹੀ ਸੀ। ਕਹਿੰਦੇ ਇਸ ਪਰੀ ਵਰਗੀ ਸੋਹਣੀ ਕੁੜੀ ਨੇ ਰਾਂਝੇ ਉੱਤੇ ਬਹੁਤ ਕਹਿਰ ਬਰਸਾਇਆ। ਉਹ ਆਪਣੀ ਸਹੇਲੀ ਨੂੰ ਕਹਿ ਰਹੀ ਸੀ ਕਿ ਇਸ ਨੂੰ ਤੁਸੀਂ ਮਾਰੋ। ਰਾਂਝੇ ਉੱਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਤੇ ਮਿਹਰਬਾਨ ਹੋਈ। ਕਹਿੰਦੇ ਜਦੋਂ ਰਾਂਝੇ ਕੁਛ ਸ਼ੋਰ ਸੁਣਾਈ ਦਿੱਤਾ ਤਾਂ ਕਹਿੰਦੇ ਇੱਕਦਮ ਉਸਦੀ ਅੱਖ ਖੁੱਲ ਗਈ ਤੇ ਉਸਨੇ ਇੰਨੀ ਸੁੰਦਰ ਕੁੜੀ ਆਪਣੇ ਸਾਹਮਣੇ ਦੇਖੀ ਤਾਂ ਉਸਦੇ ਅਚਾਨਕ ਹੀ ਮੂੰਹ ਵਿੱਚੋਂ ਨਿਕਲ ਗਿਆ ਵਾਹ ਸੱਜਣ। ਤੇ ਕਹਿੰਦੇ ਹੀਰ ਉਸਦੀ ਇਹ ਗੱਲ ਸੁਣ ਕੇ ਹੱਸ ਪਈ ਤੇ ਉਸ ਉੱਤੇ ਮੋਹਿਤ ਹੋ ਗਈ। ਕੱਚੇ ਵੰਜਲੀ ਕੰਨਾਂ ਦੇ ਵਿੱਚ ਵਾਲੇ ਜ਼ੁਲਫ ਮੁਖੜੇ ਤੇ ਪਰੇਸ਼ਾਨ ਹੋਈ। ਕਹਿੰਦੀ ਜਿਹੜੀ ਹੀਰ ਸੀ ਉਹ ਰਾਂਝੇ ਦੀ ਸੁੰਦਰਤਾ ਨੂੰ ਦੇਖ ਕੇ ਮੋਹਿਤ ਹੋ ਗਈ ਤੇ ਜਿਹੜੀ ਹੀਰ ਦੀ ਜ਼ੁਲਫ ਸੀ ਉਹ ਵੀ ਪਰੇਸ਼ਾਨ ਹੋ ਗਈ। ਸੂਰਤ ਯੂਸਫ ਦੀ ਵੇਖ ਤੈਮੂਸ ਬੇਟੀ ਸਨੇ ਮਾਲ ਕੇ ਬਹੁਤ ਹੈਰਾਨ ਹੋਈ। ਕਹਿੰਦੇ ਜਿਵੇਂ ਕਿ ਤੈਮੂਸ ਦੀ ਬੇਟੀ ਜਿਹੜੀ ਜੁਲੇਖਾ ਸੀ ਉਹ ਯੂਸਫ ਦੇ ਪਿਆਰ ਦੇ ਵਿੱਚ ਸੀ ਤੇ ਪਿਆਰ ਦੇ ਕਰਕੇ ਹੀ ਉਹ ਖੂਹ ਵਿੱਚੋਂ ਕੱਢਣ ਵਾਲੇ ਗੁਲਾਮ ਤੇ ਉਸ ਦੇ ਮਾਲਕ ਦੋਹਾਂ ਉੱਤੇ ਆਸ਼ਿਕ ਹੋ ਗਈ ਸੀ। ਨੈਣ ਮਸਤ ਕਲੇਜੜੇ ਵਿੱਚ ਤਾਣੇ, ਹੀਰ ਕੋਲ ਕੱਤੀ ਕੁਰਬਾਨ ਹੋਈ। ਕਹਿੰਦੇ ਰਾਂਝੇ ਨੂੰ ਵੇਖ ਕੇ ਮਸਤ ਜਿਹੜੇ ਹੀਰ ਦੇ ਨੈਣ ਸਨ ਉਹ ਉਸਦੇ ਕਲੇਜੇ ਦੇ ਵਿੱਚ ਧੱਸ ਗਏ ਤੇ ਹੀਰ ਉਸ ਉੱਤੇ ਕੁਰਬਾਨ ਹੋ ਗਈ। ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ, ਕਾਈ ਨਹੀਂ ਉਹ ਗੱਲ ਬੇਸ਼ਾਨ ਹੋਈ। ਤੇ ਉਹ ਆਪਣੇ ਦਿਲ ਵਿੱਚ ਕਹਿ ਰਹੀ ਸੀ ਕਿ ਇਹ ਚੰਗੀ ਗੱਲ ਹੋਈ ਹੈ ਕਿ ਉਸ ਨੇ ਰਾਂਝੇ ਨੂੰ ਨਹੀਂ ਮਾਰਿਆ, ਕਾਈ ਨਹੀਂ ਕੋਲ ਕੱਤੀ ਤੇ ਮੇਰੇ ਹੱਥੋਂ ਇਹ ਗਲਤੀ ਨਹੀਂ ਹੋਈ ਕਿ ਮੈਂ ਤੈਨੂੰ ਮਾਰਿਆ ਹੈ। ਹੀ ਅਗਲੀ ਬੇਟੀ ਰਚਨਾ ਹੈ ਹੀਰ ਦਾ ਸਿਦਕ। ਹੀਰ ਆਖਦੀ ਜੋਗੀਆ ਝੂਠ ਬੋਲੇ, ਕੌਣ ਵਿਛੜੇ ਯਾਰ ਮਿਲਾਉਂਦਾ ਹੈ। ਜਦੋਂ ਜਿਹੜਾ ਰਾਂਝਾ ਸੀ ਛੱਡ ਕੇ ਚਲਾ ਜਾਂਦਾ ਹੈ ਤਾਂ ਇੱਕ ਵਾਰ ਰਾਂਝਾ ਜੋਗੀ ਦਾ ਰੂਪ ਬਣਾ ਕੇ ਹੀਰ ਕੋਲ ਆਂਦਾ ਹੈ ਤੇ ਹੀਰ ਉਸ ਜੋਗੀ ਨੂੰ
ਕੀ ਕਹਿੰਦੀ ਹੈ ਉਹ ਬੇਟੇ ਇਸ ਰਚਨਾ ਦੇ ਵਿੱਚ ਦੱਸਿਆ ਗਿਆ ਹੈ। ਹੀਰ ਆਖਦੀ ਜੋਗੀਆਂ ਝੂਠ ਬੋਲੇ, ਕੌਣ ਵਿਛੜੇ ਯਾਰ ਮਿਲਾਉਂਦਾ ਹੈ। ਹੀਰ ਉਸ ਰਾਂਝੇ ਬਣੇ ਜੋਗੀ ਨੂੰ ਕਹਿੰਦੀ ਹੈ ਕਿ ਉਹ ਝੂਠ ਬੋਲ ਰਿਹਾ ਹੈ ਕਿ ਉਹ ਉਸਦੇ ਯਾਰ ਨੂੰ ਮਿਲਾ ਦੇਵੇਗਾ, ਕਿਉਂਕਿ ਜਿਹੜਾ ਇੱਕ ਵਾਰ ਵਿਛੜ ਜਾਂਦਾ ਹੈ ਉਹ ਦੁਬਾਰਾ ਨਹੀਂ ਮਿਲਦਾ। ਇਹ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ, ਜਿਹੜਾ ਗਿਆ ਉਹਨੂੰ ਮੋੜ ਲਿਆਉਂਦਾ ਏ। ਕਹਿੰਦੀ ਮੈਂ ਇਸ ਸੰਸਾਰ ਵਿੱਚ ਲੱਭ ਲੱਭ ਕੇ ਥੱਕ ਗਈ ਹਾਂ, ਜਿਹੜਾ ਕਿ ਉਸਦੇ ਵਿਛੜੇ ਹੋਏ ਆ ਰਾਂਝੇ ਨੂੰ ਮੋੜ ਕੇ ਲਿਆ ਦੇਵੇ। ਕਹਿੰਦੀ ਮੈਨੂੰ ਇਸ ਸੰਸਾਰ ਵਿੱਚ ਕੋਈ ਵੀ ਅਜਿਹਾ ਬੰਦਾ ਨਹੀਂ ਮਿਲਿਆ। ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜਿਉ ਦਾ ਰੋਗ ਗਵਾਇਆ ਹੀ ਹੈ। ਕਹਿੰਦੇ ਜਿਹੜਾ ਉਸਦੇ ਵਿਛੜੇ ਹੋਏ ਯਾਰ ਰਾਂਝੇ ਨੂੰ ਮਿਲਾ ਦੇਵੇ ਤਾਂ ਉਹ ਉਸਨੂੰ ਆਪਣੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਦਵੇਗੀ। ਭਲਾ ਦੱਸ ਖਾਂ ਚਿਰੀ ਵਿਛੁੰਨਿਆਂ ਨੂੰ, ਕਦੋਂ ਰੱਬ ਸੱਚਾ ਘਰੇ ਲਿਆਉਂਦਾ ਹੈ। ਰਾਂਝੇ ਬਣੇ ਜੋਗੀ ਨੂੰ ਕੀ ਕਹਿੰਦੀ ਹੈ ਕਿ ਉਹ ਸੱਚਾ ਰੱਬ ਪਰਮਾਤਮਾ ਪਤਾ ਨਹੀਂ ਉਸਦੀ ਬਹੁਤ ਦੇਰ ਤੋਂ ਵਿਛੜੇ ਹੋਏ ਰਾਂਝੇ ਨੂੰ ਉਸਦੇ ਕੋਲ ਕਦੋਂ ਲੈ ਕੇ ਆਵੇਗਾ ਤੇ ਉਸਦੇ ਨਾਲ ਮਿਲਾਵੇਗਾ। ਅੰਤਿਮ ਰਚਨਾ ਬੇਟੇ ਇਸ ਦੀ ਹੈ ਵਾਰਿਸ ਸ਼ਾਹ ਜੀ ਦੀ ਕਿੱਸੇ ਦੀ ਸਮਾਪਤੀ। ਕਹਿੰਦੇ ਇਸ ਕਵਿਤਾ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਹੀ ਰਾਂਝੇ ਦੇ ਕਿੱਸੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਖਤਮ ਰੱਬ ਦੇ ਕਰਮ ਦੇ ਨਾਲ ਹੋਈ ਫਰਮਾਇਸ਼ ਪਿਆਰੜੇ ਯਾਰ ਦੀ ਸੀ। ਵਾਰਿਸ ਸ਼ਾਹ ਜੀ ਕੀ ਕਹਿੰਦੇ ਹਨ ਕਿ ਉਹਨਾਂ ਨੇ ਇਸ ਕਿੱਸੇ ਜਾਂ ਇਸ ਕਹਾਣੀ ਨੂੰ ਕਵਿਤਾ ਦੇ ਵਿੱਚ ਪੇਸ਼ ਕਰਨ ਦਾ ਕੰਮ ਇਸ ਪਰਮਾਤਮਾ ਦੀ ਮਿਹਰ ਦੇ ਨਾਲ ਬਹੁਤ ਚੰਗੀ ਤਰ੍ਹਾਂ ਪੂਰਾ ਕਰ ਦਿੱਤਾ ਹੈ। ਐਸਾ ਸ਼ੇਅਰ ਕੀਤਾ ਪੁਰ ਮਗਜ, ਮੋਜੀ ਜਿਹੀ ਮੋਤੀਆਂ ਲੜੀ ਸਵਾਰਦੇ ਸੀ। ਕਹਿੰਦੇ ਉਹਨਾਂ ਨੇ ਇਸ ਕਿੱਸੇ ਨੂੰ ਕਵਿਤਾ ਦੇ ਰੂਪ ਵਿੱਚ ਪੇਸ਼ ਕਰਨ ਦੇ ਲਈ ਬਹੁਤ ਦਿਮਾਗ ਲਗਾਇਆ ਹੈ ਤੇ ਇਸ ਚੰਗੇ ਤਰੀਕੇ ਨਾਲ ਪੇਸ਼ ਕੀਤਾ ਹੈ ਜਿਵੇਂ ਕਿ ਇੱਕ ਚੰਗੀ ਮੋਤੀਆਂ ਦੀ ਲੜੀ ਸੋਹਣੇ ਤਰੀਕੇ ਨਾਲ ਪਰੋਈ ਗਈ ਹੋਵੇ। ਤੂਲ ਖੋਲ ਕੇ ਜ਼ਿਕਰ ਬਿਆਨ ਕਿਹਾ, ਜਿਹਾ ਰੰਗ ਦੇ ਖੂਬ ਬਹਾਰ ਦੀ ਸੀ। ਤੇ ਕਹਿੰਦੇ ਇਸ ਕਿੱਸੇ ਦੇ ਵਿੱਚ ਜਿਹੜਾ ਸਾਰਾ ਬਿਆਨ ਜਾਂ ਪੇਸ਼ਕਾਰੀ ਹੈ ਉਹਨਾਂ ਨੇ ਬੜੇ ਵਿਸਤਾਰ ਦੇ ਨਾਲ ਪੇਸ਼ ਕੀਤੀ ਹੈ ਤੇ ਉਸ ਉੱਤੇ ਸੋਹਣਾ ਰੰਗ ਪਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਤੇ ਉਸ ਦਾ ਰੰਗ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਕਿ ਜਿਹੜੀ ਸਾਡੀ ਬਹਾਰ ਹੈ ਬਾਗਾਂ ਦੇ ਵਿੱਚ ਆਪਣਾ ਰੰਗ ਬਖੇਰ ਰਹੀ ਹੋਵੇ। ਤਫਸੀਲ ਦੇ ਨਾਲ ਬਿਆਨ ਕੀਤਾ ਕਿ ਜਿਹੀ ਜੀਨਤ ਲਾਲ ਦੇ ਹਾਰ ਦੀ ਸੀ। ਕਹਿੰਦੇ ਇਸ ਕਿੱਸੇ ਨੂੰ ਬਿਆਨ ਕਰਨ ਦੇ ਵਿੱਚ ਉਹਨਾਂ ਨੇ ਬਹੁਤ ਹੀ ਅੱਛੀ ਸਜਾਵਟ ਕੀਤੀ ਹੈ। ਉਹਨਾਂ ਨੇ ਅਜਿਹੀ ਸਜਾਵਟ ਕੀਤੀ ਹੈ ਜਿਹੜੀ ਕਿ ਇੱਕ ਹੀਰਿਆਂ ਦੇ ਨਾਲ ਬਣੇ ਹੋਏ ਹਾਰ ਦੇ ਵਿੱਚ ਲਾਲ ਲਗਾਉਣ ਦੇ ਨਾਲ ਉਸ ਦੀ ਸਜਾਵਟ ਬਣਦੀ ਹੈ। ਜੇ ਕੋਈ ਪੜ੍ਹੇ ਸੋ ਬਹੁਤ ਪ੍ਰਸੰਨ ਹੋਵੇ, ਵਾਵਾ ਸਭ ਖਲਕ ਪੁਕਾਰਦੇ ਸੀ। ਕਹਿੰਦਾ ਜਿਹੜੇ ਇਸ ਕਿੱਸੇ ਨੂੰ ਪੜ੍ਹਦਾ ਹੈ ਉਹ ਬਹੁਤ ਖੁਸ਼ ਹੁੰਦਾ ਹੈ ਤੇ ਕਹਿੰਦੇ ਸਾਰੇ ਇਸ ਕਿੱਸੇ ਨੂੰ ਪੜ੍ਹ ਕੇ ਇਸ ਦੀ ਤਾਰੀਫ ਹੀ ਕਰਦੇ ਹਨ। ਖਲਕ ਮੀਨਸ ਹੁੰਦਾ ਬੇਟੇ ਸਾਰੀ ਦੁਨੀਆ, ਤੇ ਕਹਿੰਦੇ ਸਾਰੀ ਦੁਨੀਆ ਵਿੱਚ ਜੋ ਵੀ ਇਸ ਨੂੰ ਪੜ੍ਹਦਾ ਹੈ ਉਹ ਇਸ ਦੀ ਤਾਰੀਫ ਕਰਦਾ ਹੈ। ਵਾਰਿਸ ਸ਼ਾਹ ਨੂੰ ਇੱਕ ਦੀਦਾਰ ਦੀ ਸੀ ਜੇ ਹੀਰ ਨੂੰ ਭੜਕਣਾ ਯਾਰ ਦੀ ਸੀ। ਕਹਿੰਦੇ ਵਾਰਿਸ ਸ਼ਾਹ ਦੇ ਦਿਲ ਦੇ ਵਿੱਚ ਆਪਣੇ ਪਿਆਰੇ ਰੱਬ ਨੂੰ ਮਿਲਣ ਦੀ ਜਿਹੜੀ ਤੀਵਰ ਇੱਛਾ ਸੀ, ਉਹ ਇੱਛਾ ਅਜਿਹੀ ਸੀ ਜਿਸ ਤਰ੍ਹਾਂ ਕਿ ਹੀਰ ਦੇ ਮਨ ਦੇ ਵਿੱਚ ਆਪਣੇ ਵਿਛੜੇ ਹੋਏ ਯਾਰ ਰਾਂਝੇ ਨੂੰ ਮਿਲਣ ਦੀ ਤੜਫ ਦੀ ਸੀ। ਠੀਕ ਹੈ ਬੇਟੇ, ਆਪਣੇ ਆਹ ਦੋਨੋਂ ਕਿੱਸਾ ਕਾਵਿ ਦੇ ਕਵੀ ਜਿਹੜੇ ਦਸੰਬਰ ਟੈਸਟ ਦੇ ਵਿੱਚ ਆਉਣਗੇ, ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰ ਲਿਓ, ਕੇਂਦਰੀ ਭਾਵ ਤੇ ਇਹਨਾਂ ਦੇ ਸਰਲਾਤ।